12th ਕਲਾਸ ਇਕਨੋਮਿਕਸ ਦੀ ਇਸ ਵੀਡੀਓ ਦੇ ਵਿੱਚ ਆਪਾਂ ਨੇ ਠੀਕ ਹੈ ਅਨਇੰਪਲੋਇਮੈਂਟ ਦੇ ਬਾਰੇ ਪੜ੍ਹਨਾ ਬੱਚੇ। ਠੀਕ ਹੈ, ਅਨਇੰਪਲੋਇਮੈਂਟ ਦੇ ਬਾਰੇ ਕੀ ਪੜ੍ਹਨਾ, ਠੀਕ ਹੈ ਉਹ ਚੀਜ਼ ਦੇਖੋ। ਇੱਕ ਤਾਂ ਇਹਦੇ ਕਾਜ਼ਿਸ ਪੜ੍ਹਾਂਗੇ ਬੇਟਾ ਆਪਾਂ ਅਨਇੰਪਲੋਇਮੈਂਟ ਦੇ, ਠੀਕ ਹੈ ਕੀ ਕਾਰਨ ਨੇ ਕਿਸੇ ਵੀ ਦੇਸ਼ ਦੇ ਵਿੱਚ। ਇੰਡੀਆ ਦੀ ਗੱਲ ਆਪਾਂ ਕਰ ਰਹੇ ਹਾਂ ਜਿਵੇਂ, ਤਾਂ ਅਨਇੰਪਲੋਇਮੈਂਟ ਹੈ ਬਟ ਇਹਦੇ ਕੀ ਕਾਰਨ ਨੇ, ਅਨਇੰਪਲੋਇਮੈਂਟ ਕਿਉਂ ਹੋ ਰਹੀ ਹੈ, ਠੀਕ ਹੈ ਇਹ ਚੀਜ਼ ਦਾ ਆਨਸਰ ਹੁੰਦਾ ਕਾਜ਼ਿਸ, ਕੀ ਕਾਰਨ ਨੇ। ਉਸ ਤੋਂ ਬਾਅਦ ਆਪਾਂ ਸੈਕੰਡਲੀ ਡਿਸਕਸ ਕਰਾਂਗੇ ਕਿ ਇਸ ਦੇ ਇਫੈਕਟ ਕੀ ਹੁੰਦੇ ਨੇ, ਇਸ ਦੇ ਇਫੈਕਟ ਆਪਣੇ ਦੇਸ਼ ਦੇ ਉੱਪਰ, ਠੀਕ ਹੈ ਜੀ ਕੀ ਹੁੰਦੇ ਨੇ। ਇਫੈਕਟ ਦੇ ਵਿੱਚ ਆਪਾਂ ਨੇ ਯਾਦ ਰੱਖਣਾ ਦੋ ਤਰੀਕੇ ਦੇ ਹੁੰਦੇ ਨੇ, ਚਲੋ ਨੈਕਸਟ ਪੜਾਂਗੇ। ਉਸ ਤੋਂ ਬਾਅਦ ਸੁਜੈਸ਼ਨਸ ਦੇਵਾਂਗੇ ਆਪਾਂ ਕਿ ਕਿਵੇਂ ਆਪਾਂ ਜਿਹੜਾ ਇਹ ਤਰੀਕੇ ਦੀ ਆਪਣੇ ਕੋਲ ਅਨਇੰਪਲੋਇਮੈਂਟ ਹੈ ਇਹਨੂੰ ਕਿਵੇਂ ਆਪਾਂ ਸੋਰਟ ਆਊਟ ਕਰ ਸਕਦੇ ਹਾਂ ਜਾਂ ਇਹਨੂੰ ਕਿਵੇਂ ਆਪਾਂ ਠੀਕ ਕਰ ਸਕਦੇ ਹਾਂ ਅਨਇੰਪਲੋਇਮੈਂਟ ਨੂੰ, ਠੀਕ ਹੈ ਜੀ। ਸੋ ਲੈਟਸ ਸਟਾਰਟ, ਆਪਾਂ ਸਟਾਰਟ ਕਰਦੇ ਹਾਂ ਕਾਜ਼ਿਸ ਤੋਂ। ਸੋ ਕਾਜ਼ਿਸ ਦੇ ਵਿੱਚ ਨੰਬਰ 1 ਦੇਖੋ ਬੇਟਾ ਕੀ ਹੈ ਤੁਹਾਡੇ ਕੋਲ, ਪੋਪੂਲੇਸ਼ਨ ਐਕਸਪਲੋਜਨ, ਠੀਕ ਹੈ ਜੀ। ਪੋਪੂਲੇਸ਼ਨ ਐਕਸਪਲੋਜਨ ਦਾ ਮਤਲਬ ਕੀ ਹੋ ਜਾਂਦਾ ਤੁਹਾਡੇ ਕੋਲ, ਜੇਕਰ ਜ਼ਿਆਦਾ ਪੋਪੂਲੇਸ਼ਨ ਵਧੂਗੀ ਬੇਟਾ ਤਾਂ ਆਪਾਂ ਨੂੰ ਪਤਾ ਇਸ ਗੱਲ ਦਾ ਕਿ ਅਨਇੰਪਲੋਇਮੈਂਟ ਵੀ ਉਨੀ ਹੀ ਵੱਧ ਜਾਣੀ ਆ। ਜਿੰਨੀ ਪੋਪੂਲੇਸ਼ਨ ਜ਼ਿਆਦਾ ਹੋ ਅਨਇੰਪਲੋਇਮੈਂਟ ਉਨੀ ਵਧੂ, ਕਿਉਂਕਿ ਕੰਮ ਕਰਨ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਲੋਕ ਠੀਕ ਹੈ ਇਕੱਠੇ ਹੋਈ ਜਾਣਗੇ, ਬਟ ਉਹਨਾਂ ਕੰਮ ਕਰਨ ਲਈ ਆਪਣੇ ਕੋਲ ਇੰਡਸਟਰੀ ਵਗੈਰਾ ਜਾਂ ਕੋਈ ਵੀ ਸੈਕਟਰ, ਮੰਨ ਲਓ ਫਾਰਮਿੰਗ ਆ ਜਾਂ ਇੰਡਸਟਰੀਜ਼ ਲੱਗੀਆਂ ਹੋਈਆਂ ਨੇ, ਤਾਂ ਉਹ ਇੰਡਸਟਰੀ ਦੇ ਵਿੱਚ ਇੱਕ ਦੇ ਵਿੱਚ ਮੰਨ ਲਓ 100 ਬੰਦਾ ਹੀ ਕੰਮ ਕਰ ਸਕਦਾ। ਜੇਕਰ ਹੁਣ ਪੋਪੂਲੇਸ਼ਨ ਹੋ ਜਾਵੇ 150 ਤਾਂ ਬੇਟਾ ਉਹ 100 ਬੰਦਾ ਹੀ ਲੱਗੂਗਾ ਨਾ, 50 ਜਿਹੜੇ ਲੋਕ ਹੋਣਗੇ ਉਹ ਕੀ ਹੋ ਜਾਣਗੇ, ਤੁਹਾਡੇ ਕੋਲ 50 ਲੋਕ ਹੋਣਗੇ ਜਿਹੜੇ ਅਨਇੰਪਲਾਇਡ ਹੋ ਜਾਣਗੇ, ਠੀਕ ਹੈ ਜੀ। ਸੋ ਇਹ ਚੀਜ਼ ਹੈ। ਸੋ ਮੈਂ ਇਕੱਲੇ ਦੇਖੋ ਬੱਚੇ ਐਕਸਪਲੇਨ ਠੀਕ ਹੈ ਬੋਲ ਕੇ ਤਾਂ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈ, ਤੁਹਾਨੂੰ ਪੈਸੇਜ ਮੈਂ ਪੂਰਾ ਸਮਝਾ ਦਿੱਤਾ ਅਤੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਖੁਦ ਪੜ੍ਹ ਸਕਦੇ ਹੋ, ਠੀਕ ਹੈ ਜੀ ਬੜੇ ਆਰਾਮ ਨਾਲ। ਲਾਈਟਲੀ ਆਪਾਂ ਜਿਹੜਾ ਹੈਗਾ ਇਸ ਦਾ ਵਿਊ ਲੈਂਦੇ ਹਾਂ, ਠੀਕ ਹੈ ਜੀ ਸਾਰੇ ਦਾ, ਕਿ ਕੌਨਸੈਪਟ ਹੈ ਕਿ ਐਕਚੁਅਲ ਦੇ ਵਿੱਚ ਕਿ ਪੈਸੇਜ ਦੇ ਵਿੱਚ ਕਹਿਣਾ ਕੀ ਚਾਹੁੰਦਾ, ਉਹ ਚੀਜ਼ ਆਪਾਂ ਤੁਹਾਨੂੰ ਠੀਕ ਹੈ ਇਸ ਵੀਡੀਓ ਦੇ ਵਿੱਚ ਅੱਛੀ ਤਰ੍ਹਾਂ ਸਮਝਾ ਦੇਣੀ ਆ। ਸੈਕੰਡ ਦੇਖਿਆ ਜਾਵੇ ਤਾਂ ਕੀ ਕਹਿ ਰਿਹਾ ਕਿ ਲੋ ਰੇਟ ਆਫ ਇਕਨੋਮਿਕ ਡਿਵੈਲਪਮੈਂਟ ਦਾ ਘੱਟ ਰੇਟ ਕੀ ਹੋ ਸਕਦਾ ਬੱਚੇ। ਇਹਦੇ ਵਿੱਚ ਆਪਾਂ ਦੇਖੀਏ ਤਾਂ ਲਿਖਦੇ ਨੇ ਕਿ ਸਲੋ ਗਰੋਥ ਰੇਟ ਆਫ ਇਕੋਨਮੀ ਇਜ਼ ਅਨਦਰ ਇੰਪੋਰਟੈਂਟ ਫੈਕਟਰ ਦੈਟ ਹੈਜ਼ ਲੈਡ ਟੂ ਅਨਇੰਪਲੋਇਮੈਂਟ। ਵੀ ਜਿਹੜਾ ਗਰੋਥ ਰੇਟ ਹੈ ਨਾ ਕਾਫੀ ਘੱਟ ਹੋਣਾ ਵੀ ਅਨਇੰਪਲੋਇਮੈਂਟ ਨੂੰ ਲੈ ਕੇ ਜਾਂਦਾ, ਕਿਉਂਕਿ ਜੇਕਰ ਕਿਸੇ ਵੀ ਠੀਕ ਹੈ ਜੀ ਆਪਾਂ ਕਹਿ ਸਕਦੇ ਇਕੋਨਮੀ ਦਾ ਗਰੋਥ ਰੇਟ ਘਟੂਗਾ ਨਾ ਤਾਂ ਉੱਥੇ ਜ਼ਿਆਦਾ ਤੋਂ ਜ਼ਿਆਦਾ ਇੰਪਲੋਇਮੈਂਟ ਨਹੀਂ ਆ ਸਕਦੀ, ਕਿਉਂਕਿ ਇੰਡਸਟਰੀਜ਼ ਵਗੈਰਾ ਜ਼ਿਆਦਾ ਨਹੀਂ ਲੱਗਦੀਆਂ ਜਾਂ ਜ਼ਿਆਦਾ ਨਵੇਂ ਕੰਮ ਸ਼ੁਰੂ ਨਹੀਂ ਕੀਤੇ ਜਾ ਸਕਦੇ, ਕਿਉਂਕਿ ਪੈਸੇ ਦੀ ਕਮੀ ਹੋ ਜਾਂਦੀ ਹੈ, ਠੀਕ ਹੈ ਜੀ ਇਕਨੋਮਿਕ ਡਿਵੈਲਪਮੈਂਟ ਨਹੀਂ ਹੋ ਰਹੀ। ਤਾਂ ਇਹੋ ਜਿਹੇ ਸੈਕਟਰਸ ਦੇ ਵਿੱਚ ਕੀ ਹੁੰਦਾ ਜੇ ਇੱਕ ਦੀ ਸਥਿਤੀ ਆ ਜਾਵੇ ਤਾਂ ਅਨਇੰਪਲੋਇਮੈਂਟ ਠੀਕ ਹੈ ਤੁਹਾਡੀ ਪ੍ਰੋਡਿਊਸ ਹੋ ਜਾਂਦੀ ਹੁੰਦੀ ਹੈ, ਅਨਇੰਪਲੋਇਮੈਂਟ ਆ ਜਾਂਦੀ ਹੁੰਦੀ ਹੈ। ਉਹ ਤੋਂ ਬਾਅਦ ਨੰਬਰ 3 ਆਪਾਂ ਕਹਿ ਸਕਦੇ ਹਾਂ ਦੇਖੋ ਲੋ ਲੈਵਲ ਆਫ ਡਿਵੈਲਪਮੈਂਟ ਇਨ ਐਗਰੀਕਲਚਰ, ਠੀਕ ਹੈ ਬੇਟਾ। ਸੋ ਥਰਡ ਦੇ ਵਿੱਚ ਆਪਾਂ ਕੀ ਦੱਸਣਾ, ਲੋ ਲੈਵਲ ਆਫ ਡਿਵੈਲਪਮੈਂਟ ਇਨ ਐਗਰੀਕਲਚਰ, ਯਾਨੀ ਜਿਹੜਾ ਐਗਰੀਕਲਚਰ ਹੈ ਨਾ ਇਹਦੇ ਵਿੱਚ ਡਿਵੈਲਪਮੈਂਟ ਹੈ ਜਿਹੜੀ ਡਿਵੈਲਪਮੈਂਟ ਦਾ ਲੈਵਲ ਘੱਟ ਹੋਣਾ, ਲੋ ਲੈਵਲ ਹੋਣਾ। ਡਿਵੈਲਪਮੈਂਟ ਦਾ ਲੋ ਲੈਵਲ ਹੋਣ ਦਾ ਕੀ ਮਤਲਬ ਹੈ, ਇਸ ਦੇ ਵਿੱਚ ਡਿਵੈਲਪਮੈਂਟ ਦਾ ਲੋ ਲੈਵਲ ਹੋਣ ਦਾ ਕੀ ਮਤਲਬ ਆ, ਦੇਖੋ ਆਪਾਂ ਨੇ ਜਿਹੜੀ ਇਸ ਦੇ ਵਿੱਚ ਸਮ ਅਪ ਕਰੀਏ ਇਸ ਨੂੰ ਤਾਂ ਦੇਖਾਂਗੇ ਕਿ ਜੋ ਪੁਰਾਣੇ ਸਾਧਨ ਨੇ ਨਾ ਓਲਡ, ਜੇ ਐਗਰੀਕਲਚਰ ਦੇ ਓਲਡ ਸਾਧਨਾਂ ਜਾਂ ਓਲਡ ਟੈਕਨੀਕਸ ਦਾ ਯੂਜ਼ ਕੀਤਾ ਜਾਂਦਾ, ਠੀਕ ਹੈ ਜੀ ਓਲਡ ਸਾਧਨਾਂ ਦਾ ਜਾਂ ਓਲਡ ਟੈਕਨੀਕਸ ਦਾ ਯੂਜ਼ ਕੀਤਾ ਜਾਂਦਾ, ਕਿਉਂਕਿ ਓਲਡ ਟੈਕਨੀਕਸ ਜੇਕਰ ਆਪਾਂ ਯੂਜ਼ ਕਰਦੇ ਹਾਂ ਬੱਚੇ ਤਾਂ ਉਨੀ ਪ੍ਰੋਡਕਟੀਵਿਟੀ ਹੈ ਜਿਹੜੀ ਆਪਾਂ ਨਹੀਂ ਲੈ ਸਕਦੇ ਜਿੰਨੀ ਪ੍ਰੋਡਕਟੀਵਿਟੀ ਆਪਾਂ ਨੂੰ ਚਾਹੀਦੀ ਹੁੰਦੀ ਹੈ, ਠੀਕ ਹੈ ਜੀ ਅੱਛੇ ਤਰੀਕੇ ਦੇ ਨਾਲ ਕਲਟੀਵੇਟ ਕਰਕੇ ਕਿਹਨੂੰ ਲੈਂਡ ਨੂੰ। ਸੋ ਆਪਾਂ ਕਹਿ ਸਕਦੇ ਹਾਂ ਕਿ ਲੋ ਲੈਵਲ ਆਫ ਡਿਵੈਲਪਮੈਂਟ ਹੈ ਨਾ ਜਿਹੜੀ ਐਗਰੀਕਲਚਰ ਦੇ ਵਿੱਚ, ਇਹਦੇ ਨਾਲ ਵੀ ਅਨਇੰਪਲੋਇਮੈਂਟ ਆਉਂਦੀ, ਕਿਉਂਕਿ ਹੁਣ ਜਦ ਜ਼ਿਆਦਾ ਪ੍ਰੋਡਕਸ਼ਨ ਹੀ ਨਹੀਂ ਹੈ। ਹੁਣ ਧਿਆਨ ਨਾਲ ਗੱਲ ਸੁਣਨ ਵਾਲੀ ਹੈ ਬੱਚੇ, ਇਹ ਜੇ ਪ੍ਰੋਡਕਸ਼ਨ ਹੈ ਹੀ ਨਹੀਂ ਆਪਣੇ ਕੋਲ ਇੰਨੀ ਜ਼ਿਆਦਾ ਤਾਂ ਆਪਾਂ ਜ਼ਿਆਦਾ ਬੰਦੇ ਲਗਾ ਕੇ ਕੀ ਕਰਾਂਗੇ, ਯਾਨੀ ਕਿ ਪ੍ਰੋਡਕਸ਼ਨ ਨਹੀਂ ਹੈ, ਯਾਨੀ ਕਿ ਆਊਟਪੁੱਟ ਨਹੀਂ ਜ਼ਿਆਦਾ ਹੈਗੀ ਤਾਂ ਜ਼ਿਆਦਾ ਬੰਦਿਆਂ ਨੂੰ ਆਪਾਂ ਕੀ ਕਰਾਂਗੇ ਲਗਾ ਕੇ, ਠੀਕ ਹੈ ਜੀ। ਸੋ ਜੇ ਜ਼ਿਆਦਾ ਬੰਦਿਆਂ ਨੂੰ ਨਹੀਂ ਲਗਾ ਸਕਦੇ, ਜ਼ਿਆਦਾ ਲੇਬਰ ਨੂੰ ਨਹੀਂ ਲਗਾ ਸਕਦੇ ਤਾਂ ਆਪਾਂ ਕੀ ਕਹਿ ਸਕਦੇ ਹਾਂ ਕਿ ਅਨਇੰਪਲੋਇਮੈਂਟ ਆ ਗਈ, ਠੀਕ ਹੈ ਜੀ, ਯਾਨੀ ਕਿ ਉਹ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਗਿਆ, ਕੁਝ ਲੋਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਗਿਆ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਨੈਕਸਟ ਠੀਕ ਹੈ ਪੁਆਇੰਟ ਦੇ ਉੱਤੇ ਚੱਲਦੇ ਹਾਂ ਬੇਟਾ। ਨੈਕਸਟ ਪੁਆਇੰਟ 4th ਹੈ, ਇਸ ਨੂੰ ਕੀ ਕਹਿ ਸਕਦੇ ਹਾਂ ਆਪਾਂ, ਲੋ ਲੈਵਲ ਆਫ ਇੰਡਸਟਰੀਅਲ ਡਿਵੈਲਪਮੈਂਟ। ਹਾਂਜੀ, ਹੁਣ ਇੰਡਸਟਰੀਅਲ ਡਿਵੈਲਪਮੈਂਟ ਦਾ ਵੀ ਲੈਵਲ ਕਾਫੀ ਲੋ ਆ, ਠੀਕ ਹੈ ਜੀ ਇੰਡਸਟਰੀਅਲ ਡਿਵੈਲਪਮੈਂਟ ਦਾ ਕਾਫੀ ਲੋਅਰ ਲੈਵਲ। ਇਹ ਕਿਵੇਂ ਕਰ ਸਕਦਾ ਅਨਇੰਪਲੋਇਮੈਂਟ ਨੂੰ ਇਫੈਕਟ, ਠੀਕ ਹੈ। ਸੋ ਜੇਕਰ ਇੰਡਸਟਰੀ ਘਟੂਗੀ, ਧਿਆਨ ਦਿਓ ਬੇਟਾ, ਜੇਕਰ ਇੰਡਸਟਰੀ ਘਟੂਗੀ ਤਾਂ ਜੋ ਪਰਸਨ ਨੇ ਲੇਬਰਰ ਨੇ ਉਹ ਨਹੀਂ ਲੱਗ ਸਕਦੇ, ਲੇਬਰਰ ਨੇ, ਠੀਕ ਹੈ, ਕਿਉਂਕਿ ਲੇਬਰ ਹੈ ਜਿਹੜੀ ਕਿਹਦੇ ਵਿੱਚ ਲੱਗ ਰਹੀ ਹੈ, ਇੰਡਸਟਰੀ 'ਚ ਲੱਗ ਰਹੀ ਹੈ। ਅਰਬਨ ਏਰੀਆ ਦੇ ਵਿੱਚ ਇੰਡਸਟਰੀਜ਼ ਹੁੰਦੀਆਂ ਨੇ, ਇਹ ਵੀ ਯਾਦ ਰੱਖਣੀ ਹੈ ਗੱਲ। ਸੋ ਜਿਹੜਾ ਲੇਬਰ ਆ ਉਹ ਜ਼ਿਆਦਾ ਤੋਂ ਜ਼ਿਆਦਾ ਕਿਹਦੇ ਵਿੱਚ, ਇੰਡਸਟਰੀ ਦੇ ਵਿੱਚ ਆ ਰਹੀ ਹੈ, ਠੀਕ ਹੈ। ਬਟ ਹੁਣ ਇੰਡਸਟਰੀਜ਼ ਹੀ ਨਹੀਂ ਹੈਗੀਆਂ ਤਾਂ ਆਪਾਂ ਜੇ ਆਪਣੇ ਕੋਲ ਪੁੱਤਰ ਜਗ੍ਹਾ ਹੀ ਨਹੀਂ ਹੈ ਲਗਾਉਣ ਦੀ ਲੇਬਰਰ ਨੂੰ ਤਾਂ ਲਗਾਵਾਂਗੇ ਕਿੱਥੇ, ਤਾਂ ਉਹ ਬੇਰੁਜ਼ਗਾਰ ਹੋਣਗੇ। ਸੋ ਹੁਣ ਇਹੀ ਗੱਲ ਕਹਿ ਰਿਹਾ ਕਿ ਲੋ ਲੈਵਲ ਆਫ ਡਿਵੈਲਪਮੈਂਟ, ਠੀਕ ਹੈ ਇੰਡਸਟਰੀਅਲ ਡਿਵੈਲਪਮੈਂਟ, ਜੇ ਇੰਡਸਟਰੀ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਯਾਨੀ ਇੰਡਸਟਰੀ ਡਿਵੈਲਪਮੈਂਟ ਘੱਟ ਹੋ ਰਹੀ ਹੈ ਤਾਂ ਇੰਡਸਟਰੀਜ਼ ਘੱਟ ਲੱਗਣਗੀਆਂ। ਜੇ ਇੰਡਸਟਰੀਜ਼, ਧਿਆਨ ਨਾਲ ਸੁਣੋ, ਜੇ ਇੰਡਸਟਰੀਜ਼ ਘੱਟ ਲੱਗਣਗੀਆਂ
ਲੱਗਣਗੀਆਂ ਤਾਂ ਉੱਥੇ ਲੇਬਰਰਸ ਵੀ ਘੱਟ ਲੱਗਣਗੇ। ਜੇ ਲੇਬਰਰ ਘੱਟ ਲੱਗਣਗੇ ਪੁੱਤਰ, ਇਸ ਤੋਂ ਬਾਅਦ ਨੰਬਰ 5 ਜੇ ਆਪਾਂ 5th ਪੁਆਇੰਟ ਦੀ ਗੱਲ ਕਰਾਂਗੇ ਤਾਂ ਤੁਹਾਡੇ ਕੋਲ ਕੀ ਆ ਜਾਊਗਾ ਬੇਟਾ, ਲੈਕ ਆਫ ਵੋਕੇਸ਼ਨਲ ਐਂਡ ਟੈਕਨੀਕਲ ਐਜੂਕੇਸ਼ਨ। ਹੁਣ ਦੇਖੋ ਲੈਕ ਆਫ ਵੋਕੇਸ਼ਨਲ ਐਂਡ ਟੈਕਨੀਕਲ ਐਜੂਕੇਸ਼ਨ ਦਾ ਕੀ ਮਤਲਬ ਹੈ, ਜੇਕਰ ਵੋਕੇਸ਼ਨਲ ਜਾਂ ਟੈਕਨੀਕਲ ਐਜੂਕੇਸ਼ਨ ਨਹੀਂ ਦੇਵਾਂਗੇ ਤਾਂ ਇੰਡਸਟਰੀ ਵਗੈਰਾ ਦੇ ਵਿੱਚ ਕੋਈ ਵੀ ਪਰਸਨ ਜ਼ਿਆਦਾ ਅੱਛਾ ਵਰਕ ਨਹੀਂ ਕਰ ਸਕਦਾ। ਜੇਕਰ ਤੁਹਾਡੇ ਕੋਲ ਟੈਕਨੀਕਲ ਐਜੂਕੇਸ਼ਨ ਦੇਵਾਂਗੇ ਨਾ, ਕੋਈ ਕੰਮ ਆਂਦਾ ਹੋਊਗਾ ਹੱਥੀਂ ਕਿਸੇ ਨੂੰ ਕਰਨਾ ਤਾਂ ਉਹ ਇੰਡਸਟਰੀ ਦੇ ਵਿੱਚ ਕਰੂਗਾ ਨਾ, ਜੇਕਰ ਨਹੀਂ ਆਂਦਾ ਹੋਊਗਾ ਤਾਂ ਨਹੀਂ ਕਰ ਸਕਦਾ। ਸੋ ਜੇ ਆਪਾਂ ਟੈਕਨੀਕਲ ਐਜੂਕੇਸ਼ਨ ਦੇਵਾਂਗੇ ਹੀ ਨਹੀਂ ਕਿਸੇ ਨੂੰ ਤਾਂ ਉਹਨੂੰ ਕੰਮ ਨਹੀਂ ਆਉਣਾ। ਇਹਦਾ ਮਤਲਬ ਉਹ ਬੰਦਾ ਇੰਡਸਟਰੀ ਦੇ ਵਿੱਚ ਜਾਂ ਉਹ ਲੇਬਰਰ ਜਿਹੜਾ ਇੰਡਸਟਰੀ ਦੇ ਵਿੱਚ ਨਹੀਂ ਰੱਖਿਆ ਜਾਊਗਾ। ਜੇ ਨਹੀਂ ਰੱਖਿਆ ਜਾਊਗਾ ਤਾਂ ਉਹ ਕੀ ਬਣ ਜੂਗਾ ਬੇਟਾ, ਯਾਦ ਰੱਖਣਾ ਆਪਾਂ ਨੇ, ਅਨਐਮਪਲਾਇਡ ਬਣ ਜੂਗਾ। ਠੀਕ ਹੈ ਜੀ, ਸੋ ਇੰਨੀ ਗੱਲ ਸੀਗੀ ਇਸ ਪੁਆਇੰਟ ਦੇ ਵਿੱਚ। ਇਸ ਤੋਂ ਬਾਅਦ ਆਪਾਂ 6 ਪੁਆਇੰਟ ਦੀ ਗੱਲ ਕਰਦੇ ਹਾਂ। 6 ਦੇ ਵਿੱਚ ਕੀ ਕਿਹਾ ਗਿਆ ਕਿ ਲੋ ਲੈਵਲ ਆਫ ਕੈਪੀਟਲ ਫਾਰਮੇਸ਼ਨ। ਕੈਪੀਟਲ ਫਾਰਮੇਸ਼ਨ ਦਾ ਲੈਵਲ ਬਹੁਤ ਜ਼ਿਆਦਾ ਲੋ ਹੋਣਾ। ਹੁਣ ਦੇਖੋ ਕੈਪੀਟਲ ਫਾਰਮੇਸ਼ਨ ਦਾ ਲੈਵਲ ਲੋ ਹੋਣ ਦਾ ਮਤਲਬ ਕੀ ਹੈ ਕਿ ਪੈਸਾ ਜਿਹੜਾ ਹੈ ਉਹਨੂੰ ਜਨਰੇਟ ਨਹੀਂ ਕੀਤਾ ਜਾ ਰਿਹਾ। ਦੇਅਰ ਇਜ਼ ਲੈਕ ਆਫ ਇਨਵੈਸਟਮੈਂਟ ਇਨ ਦਾ ਕੰਟਰੀ। ठीक है जी, इंक्रीज इन इन्वेस्टमेंट इन रिसोर्सेज वेरी essential to make our infrastructure strong so that we are able to increase output and generate more employment opportunities। ਹੁਣ देखो जे अपने को पैसा नहीं ज़्यादा, इन्वेस्टमेंट घट आ, ध्यान दो इन्वेस्टमेंट घट गई। जे इन्वेस्टमेंट घट आ पुत्तर ਤਾਂ ਇਨਵੈਸਟਮੈਂਟ ਘੱਟ ਹੋਣ ਦੇ ਨਾਲ ਇਨਫਰਾਸਟ੍ਰਕਚਰ ਦੇ ਉੱਤੇ ਇਫੈਕਟ ਗਲਤ ਪਿਆ, ਜਾਂ ਇਨਫਰਾਸਟ੍ਰਕਚਰ ਸਟਰੋਂਗ ਨਹੀਂ ਬਣ ਰਿਹਾ। ਜੇ ਇਨਫਰਾਸਟ੍ਰਕਚਰ ਸਟਰੋਂਗ ਨਹੀਂ ਬਣ ਰਿਹਾ ਤਾਂ ਤੁਸੀਂ ਲੋਕਾਂ ਨੂੰ ਕਿਵੇਂ ਲਗਾਓਗੇ, ਜੇ ਰੋਡ ਬ੍ਰਿਜਿਸ ਨਹੀਂ ਬਣ ਰਹੀਆਂ, ਇਨਵੈਸਟਮੈਂਟ ਨਹੀਂ ਹੋ ਰਿਹਾ, ਇੰਡਸਟਰੀ ਨਹੀਂ ਲੱਗ ਰਹੀ ਹੈਗੀ। ਠੀਕ ਹੈ ਜੀ, ਇਹੋ ਜਿਹੀਆਂ ਚੀਜ਼ਾਂ ਨਹੀਂ ਹੋ ਰਹੀਆਂ, ਹੌਸਪੀਟਲਸ ਨਹੀਂ ਬਣ ਰਹੇ ਹੈਗੇ। ਸੋ ਇਹ ਸਾਰੀਆਂ ਚੀਜ਼ਾਂ ਮੰਨ ਲਓ ਇਨਵੈਸਟਮੈਂਟ ਦੇ ਨਾਲ ਹੀ ਹੋਣੀਆਂ ਨੇ ਨਾ, ਸਾਰੀਆਂ ਇਨਵੈਸਟਮੈਂਟ ਹੋਊਗੀ, ਅੱਛੀ ਇਨਵੈਸਟਮੈਂਟ ਨਹੀਂ ਹੋ ਰਹੀ, ਆਹ ਚੀਜ਼ਾਂ ਨਹੀਂ ਹੋ ਰਹੀਆਂ, ਜੇ ਨਹੀਂ ਹੋ ਰਹੀਆਂ ਤਾਂ ਲੋਕਾਂ ਨੂੰ ਰੁਜ਼ਗਾਰ ਕਿੱਥੋਂ ਮਿਲੂਗਾ। ਠੀਕ ਹੈ, ਇਹਨਾਂ ਦੇ ਵਿੱਚ ਰੁਜ਼ਗਾਰ, ਠੀਕ ਹੈ ਜੀ, ਪੈਦਾ ਕਰਨਾ, ਇਹਨਾਂ ਦੇ ਨਾਲ ਹੀ ਰੁਜ਼ਗਾਰ ਪੈਦਾ ਕਰ ਸਕਦੇ ਹਾਂ। ਮੰਨ ਲਓ ਹੌਸਪੀਟਲਸ ਨੇ, ਉੱਥੇ ਲੋਕਾਂ ਨੂੰ ਡਾਕਟਰ ਨੇ ਜਿਹੜੇ ਉਹ ਆ ਜਾਣਗੇ। ਠੀਕ ਹੈ ਜੀ, ਉਹ ਵੀ ਰੁਜ਼ਗਾਰ ਪੈਦਾ ਹੋ ਗਿਆ। ਉਸ ਤੋਂ ਬਾਅਦ ਅਦਰ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਬ੍ਰਿਜਿਸ ਨੇ, ਰੋਡਸ ਨੇ, ਉੱਥੇ ਲੇਬਰਰਸ ਲੱਗ ਸਕਦੇ ਨੇ। ਸੋ ਉਹ ਚੀਜ਼ਾਂ ਨੇ ਕੀ ਨੇ, ਇੰਪਲੋਇਮੈਂਟ 'ਤੇ ਇਫੈਕਟ ਕਰਦੀਆਂ ਨੇ। ਇਸ ਤੋਂ ਬਾਅਦ ਆਪਾਂ 7th ਦੀ ਗੱਲ ਕਰਦੇ ਹਾਂ, ਇਮੋਬਿਲਿਟੀ ਆਫ ਲੇਬਰ। ਇਮੋਬਿਲਿਟੀ ਆਫ ਲੇਬਰ ਦਾ ਮਤਲਬ ਕੀ ਆ ਕਿ ਲੇਬਰ ਜਦ ਆਉਂਦੀ ਨਹੀਂ ਨਾ ਇੱਕ ਥਾਂ ਤੋਂ ਦੂਜੇ ਥਾਂ ਤੱਕ, ਉਹ ਵੀ ਅਨਪਲੋਇਮੈਂਟ ਦਾ ਇੱਕ ਕਾਰਨ ਬਣ ਜਾਂਦੀ ਹੈ। ਯਾਨੀ ਕਿ ਲੇਬਰ ਦੇਖੋ ਕਾਫੀ ਕਾਰਨ ਨੇ। ਮੋਬਿਲਿਟੀ ਦਾ ਮਤਲਬ ਹੁੰਦਾ ਆਉਣਾ, ਇੱਕ ਥਾਂ ਤੋਂ ਦੂਜੇ ਥਾਂ ਤੱਕ ਜਾਣਾ, ਮੋਬਿਲਿਟੀ ਹੁੰਦੀ ਹੈ। ਠੀਕ ਹੈ, ਹੁਣ ਇਮੋਬਿਲਿਟੀ ਹੈ, ਇਹਦਾ ਮਤਲਬ ਕੀ ਹੈ, ਲੋਕ ਨੇ ਜਿਹੜੇ ਉਹ ਇੱਕ ਥਾਂ ਤੋਂ ਦੂਜੇ ਥਾਂ ਤੱਕ ਨਹੀਂ ਜਾ ਰਹੇ। ਉਹ ਕਈ ਕਾਰਨ ਹੋ ਸਕਦੇ ਨੇ। ਇੱਕ ਤਾਂ ਦੇਖੋ, ਧਿਆਨ ਦਿਓ ਕਿ ਆਪਾਂ ਕਹਿ ਸਕਦੇ ਹਾਂ ਕਿ ਫੈਮਿਲੀ ਸਰਕਮਸਟੈਂਸਿਸ ਹੋ ਸਕਦੇ ਨੇ, ਕਿਸੇ ਵੀ ਬੰਦੇ ਦੇ ਅਵੇਅਰਨੈਸ ਦੀ ਕਮੀ ਹੋ ਸਕਦੀ ਹੈ। ਮੰਨ ਲਓ ਫੈਮਿਲੀ ਦੇ ਵਿੱਚ ਇੱਕ ਇਕੱਲਾ ਬੰਦਾ, ਉਹਨੇ ਠੀਕ ਹੈ ਬਾਕੀ ਕੰਮ ਵੀ ਕਰਨੇ ਨੇ, ਜਾਂ ਉਹਦੇ ਕੋਲ ਲੈਂਡ ਆ, ਠੀਕ ਹੈ, ਕਿਸੇ ਰੂਰਲ ਏਰੀਆ ਦੇ ਵਿੱਚ, ਤਾਂ ਉਹ ਲੈਂਡ ਆ ਜਿਹੜੀ ਉਹਨੇ ਸਾਂਭਣੀ ਇਕੱਲੇ ਨੇ, ਉਹ ਨਹੀਂ ਜਾ ਸਕਦਾ, ਮਾਈਗ੍ਰੇਟ ਨਹੀਂ ਹੋ ਸਕਦਾ ਟੂ ਦਾ ਅਰਬਨ ਏਰੀਆ। ਸੋ ਇਹ ਚੀਜ਼ਾਂ ਵੀ ਇਫੈਕਟ ਕਰਦੀਆਂ, ਅਨਐਮਪਲਾਇਡ ਰਹਿ ਜਾਊਗਾ ਹੋ ਜਾਣੀ ਕਿ। ਠੀਕ ਹੈ ਜੀ, ਅਤੇ ਉਸ ਸੈਕੰਡਲੀ ਅਵੇਅਰਨੈਸ ਦੀ ਕਮੀ ਹੋਣਾ ਵੀ ਬਹੁਤ ਇੱਕ ਕਾਰਨ ਆ। ਮੰਨ ਲਓ ਰੂਰਲ ਏਰੀਆ 'ਚ ਕੋਈ ਬੰਦਾ ਬੈਠਾ, ਉਹਨੂੰ ਪਤਾ ਹੀ ਨਹੀਂ ਹੈ ਕਿ ਠੀਕ ਹੈ ਜੀ ਅਰਬਨ ਏਰੀਆ ਦੇ ਵਿੱਚ ਜਾਂ ਸ਼ਹਿਰੀ ਏਰੀਆ ਦੇ ਵਿੱਚ ਕੀ ਹੋ ਰਿਹਾ, ਜਾਂ ਕਿਹੜੀਆਂ ਮੰਨ ਲਓ ਕਾਲ ਸੈਂਟਰ ਲੱਗਿਆ, ਠੀਕ ਹੈ ਜੀ, ਅਰਬਨ ਏਰੀਆ ਦੇ ਵਿੱਚ। ਜੇ ਕਾਲ ਸੈਂਟਰ ਅਰਬਨ ਏਰੀਆ 'ਚ ਲੱਗਿਆ ਤਾਂ ਅਰਬਨ ਏਰੀਆ ਦੇ ਨਾਲ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਪਤਾ ਲੱਗ ਜੂਗਾ ਅਤੇ ਉਹ ਜੋਬ 'ਤੇ ਲੱਗ ਜਾਣਗੇ। ਬਟ ਰੂਰਲ ਏਰੀਆ ਦਾ ਬੰਦਾ ਜਿਹਨੇ ਅਵੇਅਰ ਹੀ ਨਹੀਂ ਹੈ, ਜਿਹੜਾ ਰੂਰਲ ਏਰੀਆ ਦਾ ਜਾਂ ਕਿਤੇ ਵੀ ਅਵੇਅਰ ਹੀ ਨਹੀਂ ਹੈ ਵੀ ਉਹਨੂੰ, ਠੀਕ ਹੈ ਜੀ, ਪਤਾ ਹੀ ਨਹੀਂ ਹੈ ਕਿਸੇ ਚੀਜ਼ ਦਾ, ਤਾਂ ਉਹਨੂੰ ਕਿਵੇਂ ਜੋਬ ਲੱਗ ਜੂਗੀ। ਠੀਕ ਹੈ ਜੀ, ਉਹ ਅਨਐਮਪਲਾਇਡ ਹੀ ਰਹਿ ਜੂਗਾ ਨਾ ਤੁਹਾਡੇ ਕੋਲ। ਸੋ ਇਸ ਤੋਂ ਬਾਅਦ ਆਪਾਂ ਨੈਕਸਟ ਦੇਖਦੇ ਹਾਂ। ਨੈਕਸਟ ਹੈ ਜੁਆਇੰਟ ਫੈਮਿਲੀ ਸਿਸਟਮ। ਜੁਆਇੰਟ ਫੈਮਿਲੀ ਸਿਸਟਮ ਵੀ ਦੇਖੋ ਅਫੈਕਟ ਕਰਦਾ ਬੇਟਾ ਜ਼ਰੂਰ। ਜੁਆਇੰਟ ਫੈਮਿਲੀ ਹੈ ਨਾ ਜਿਹੜੀ, ਉਹਦੇ ਵਿੱਚ ਮੇਨਲੀ ਆਪਾਂ ਯਾਦ ਰੱਖਣੀ ਹੈ ਗੱਲ ਕਿ ਜਿਹੜੀ ਜੁਆਇੰਟ ਫੈਮਿਲੀ ਹੁੰਦੀ ਹੈ, ਇਹਦੇ ਵਿੱਚ ਕਿਹੋ ਜਿਹੀ ਅਨਐਮਪਲੋਇਮੈਂਟ ਹੁੰਦੀ ਹੈ। ਇਹਦੇ ਵਿੱਚ ਹੁੰਦੀ ਹੈ ਬੇਟਾ ਡਿਸਗਾਈਜ਼ਡ ਅਨਐਮਪਲੋਇਮੈਂਟ। ਯਾਦ ਰੱਖਣੀ ਆਪਾਂ ਨੇ ਇੱਕ ਗੱਲ, ਡਿਸਗਾਈਜ਼ਡ ਅਨਐਮਪਲੋਇਮੈਂਟ ਹੁੰਦੀ ਹੈ ਜਿਹੜੀ ਜੁਆਇੰਟ ਫੈਮਿਲੀ ਆ। ਸੋ ਡਿਸਗਾਈਜ਼ਡ ਹੁੰਦੀ ਹੈ, ਉਹ ਕਾਰਨ ਕੀ ਹੁੰਦਾ ਨਾ, ਮੰਨ ਲਓ ਲੈਂਡ ਆ ਕਿਸੇ ਕੋਲ, ਲੈਂਡ ਆ ਤਾਂ ਜੁਆਇੰਟ ਫੈਮਿਲੀ ਦੇ ਵਿੱਚ 5 ਤੋਂ 7 ਚਾਚੇ ਤਾਇਆਂ ਦੇ ਬੱਚੇ ਹੋ ਸਕਦੇ ਨੇ, ਕਿਸੇ ਦੇ ਵੀ ਹੋ ਸਕਦੇ ਨੇ। 5-7 ਮੰਨ ਲਓ ਬॉयਜ਼ ਨੇ, ਜਾਂ ਠੀਕ ਹੈ ਜੀ ਜੈਂਟਸ ਨੇ, ਜਾਂ ਕੰਮ ਕਰਨ ਵਾਲੇ ਵਰਕਰ ਨੇ। ਉਹ 5-7 ਨੇ ਜਿਹੜੇ ਉਹ ਵੈਸੇ ਹੀ ਠੀਕ ਹੈ ਲੈਂਡ ਦੇ ਉੱਤੇ ਫੀਲਡ ਦੇ ਵਿੱਚ ਗੇੜਾ ਲਗਾ ਰਹੇ ਨੇ, ਬਟ ਕੰਮ ਜਿਹੜਾ ਐਕਚੁਅਲੀ 1 ਜਾਂ 2 ਬੰਦੇ ਕਰ ਰਹੇ ਨੇ, ਜਾਂ 3 ਬੰਦੇ ਕਰ ਰਹੇ ਨੇ। ਸੋ ਤਿੰਨਾਂ ਨੇ ਜੋ ਇਨਕਮ ਲੈ ਕੇ ਆਉਂਦੀ, ਦੇਖੋ ਯੂਜ਼ ਤਾਂ ਸਾਰਿਆਂ ਨੇ ਕਰਨੀ ਹੈ। ਠੀਕ ਹੈ, ਜੇ ਯੂਜ਼ ਸਾਰਿਆਂ ਨੇ ਕਰਨੀ ਹੈ, ਇਸ ਦਾ ਮਤਲਬ ਉਹ ਅਨਐਮਪਲਾਇਡ ਨੇ, ਚਾਹੇ ਯੂਜ਼ ਕਰੀ ਜਾਂਦੇ ਨੇ। ਠੀਕ ਹੈ ਜੀ, ਉਹ ਛਿਪੇ ਹੋਏ ਬੇਰੁਜ਼ਗਾਰ ਨੇ ਇੱਕ ਤਰੀਕੇ ਦੇ, ਪਰ ਹੈਗੇ ਤਾਂ ਬੇਰੁਜ਼ਗਾਰੀ ਨੇ ਨਾ। ਸੋ ਇਹ ਚੀਜ਼ਾਂ ਨੇ ਕਿਹੜੀਆਂ, ਜੁਆਇੰਟ ਫੈਮਿਲੀ ਸਿਸਟਮ ਹੈ ਜਿਹੜੀ ਅਨਐਮਪਲਾਇਮੈਂਟ ਲੈ ਕੇ ਆਉਂਦੀ ਹੈ ਜ਼ਰੂਰ, ਕਿਉਂਕਿ ਉਨੇ ਬੰਦੇ ਕੰਮ ਨਹੀਂ ਕਰਦੇ ਅੱਛੀ ਤਰ੍ਹਾਂ ਜੁਆਇੰਟ ਦੇ ਵਿੱਚ। ਸੋ ਅਗਲੀ ਗੱਲ ਕੀ ਹੈ, ਅਫੈਕਟ ਬਹੁਤ ਇੰਪੋਰਟੈਂਟ ਚੀਜ਼ ਹੈ। ਅਫੈਕਟ ਕੀ ਹੁੰਦੇ ਨੇ, ਠੀਕ ਹੈ ਜੀ, ਅਫੈਕਟ ਜਾਂ ਅਨਐਮਪਲੋਇਮੈਂਟ ਦੇ ਕੀ ਹੋ ਸਕਦੇ ਨੇ ਕਿਸੇ ਵੀ ਕੰਟਰੀ ਦੇ ਉੱਤੇ। ਸੋ 2 ਤਰੀਕਿਆਂ ਦੇ ਨਾਲ ਅਫੈਕਟ ਨੂੰ ਆਪਾਂ ਸਮਝਦੇ ਹੁੰਦੇ ਹਾਂ ਬੇਟਾ। ਅਫੈਕਟ ਨੂੰ 2 ਤਰੀਕਿਆਂ ਨਾਲ ਕਿਹੜੇ ਨਾਲ ਸਮਝਦੇ ਹੁੰਦੇ ਹਾਂ, ਇੱਕ ਆਪਾਂ ਅਫੈਕਟ ਸਮਝਦੇ ਹੁੰਦੇ ਹਾਂ ਇਕਨੋਮਿਕ ਅਫੈਕਟ, ਇੱਕ ਆਪਾਂ ਸਮਝਦੇ ਹੁੰਦੇ ਹਾਂ ਸੋਸ਼ਲ। ਜਾਂ ਤਾਂ ਕਿਸੇ ਚੀਜ਼ ਦੇ ਹੋਣ ਦੇ ਨਾਲ
ਕਿਸੇ ਵੀ ਚੀਜ਼ ਦੇ ਹੋਣ ਦੇ ਨਾਲ ਕਿਸੇ ਦੇਸ਼ ਦੀ ਇਕਨੋਮੀ ਦੇ ਉੱਤੇ ਇਫੈਕਟ ਪੈਂਦਾ ਹੁੰਦਾ ਜਾਂ ਉਹਦੀ ਸੁਸਾਇਟੀ ਦੇ ਉੱਤੇ ਫਰਕ ਪੈਂਦਾ ਹੁੰਦਾ। ਠੀਕ ਹੈ, ਸੋ ਆਪਾਂ ਨੰਬਰ 1 ਦੇਖਦੇ ਹਾਂ ਇਕਨੋਮਿਕ ਇਫੈਕਟ। ਇਕਨੋਮਿਕ ਇਫੈਕਟ ਕੀ ਹੋ ਸਕਦਾ, ਇਹਦੇ ਵਿੱਚ ਆਪਾਂ ਇੰਪੋਰਟੈਂਟ ਚੀਜ਼ ਕੀ ਕਰ ਸਕਦੇ ਹਾਂ ਇਕਨੋਮਿਕ ਇਫੈਕਟ ਦੇ ਵਿੱਚ। ਨੰਬਰ 1 ਫਾਲ ਇਨ ਪ੍ਰੋਡਕਸ਼ਨ ਐਂਡ ਇਨਕਮ। ਦੇਖੋ ਇਕਨੋਮਿਕ ਫਾਲ ਕੀ ਹੈ, ਜੇ ਹੁਣ ਆਪਣੇ ਕੋਲ ਅਨਇੰਪਲੋਇਮੈਂਟ ਆ, ਅਨਇੰਪਲੋਇਮੈਂਟ ਦੇ ਨਾਲ ਕੀ ਅਨਇੰਪਲੋਇਮੈਂਟ ਵੱਧ ਰਹੀ ਹੈ ਮੰਨ ਲਾ, ਤਾਂ ਪ੍ਰੋਡਕਸ਼ਨ ਤਾਂ ਘਟੂਗੀ ਕਿਉਂਕਿ ਪ੍ਰੋਡਕਸ਼ਨ ਨਹੀਂ ਹੋਣੀ ਹੈਗੀ। ਜੇ ਲੇਬਰਰ ਘੱਟ ਲੱਗੇ ਹੋਏ ਨੇ ਤਾਂ ਪ੍ਰੋਡਕਸ਼ਨ ਘੱਟ ਹੋਊਗੀ, ਜੇ ਪ੍ਰੋਡਕਸ਼ਨ ਘੱਟ ਹੋਊਗੀ ਤਾਂ ਫਾਲ ਇਨ ਪ੍ਰੋਡਕਸ਼ਨ ਹੋ ਗਿਆ ਐਂਡ ਇਨਕਮ। ਜੇ ਪ੍ਰੋਡਕਸ਼ਨ ਘੱਟ ਹੋਊਗੀ ਤਾਂ ਮਾਰਕੀਟ ਦੇ ਵਿੱਚ ਸਮਾਨ ਵੀ ਘੱਟ ਲੱਗੂਗਾ ਜਾਊਗਾ। ਠੀਕ ਹੈ ਜੀ, ਤਾਂ ਵਿਕਣਾ ਵੀ ਘੱਟ ਆ, ਇਸ ਨਾਲ ਇਨਕਮ ਆ ਜਿਹੜੀ ਉਹ ਵੀ ਘੱਟ ਜਨਰੇਟ ਹੋਣੀ ਹੈ। ਠੀਕ ਹੈ ਜੀ, ਸੋ ਸੈਕੰਡਲੀ ਲੋ ਲੈਵਲ ਆਫ ਸੇਵਿੰਗ ਐਂਡ ਇਨਵੈਸਟਮੈਂਟ। ਹੁਣ ਦੇਖੋ ਆਪਣੇ ਕੋਲ ਅਨਇੰਪਲੋਇਮੈਂਟ ਆ, ਇਨਪਲੋਇਮੈਂਟ ਦੇ ਨਾਲ ਕੀ ਹੋਊਗਾ ਬੱਚੇ, ਪੈਸਾ ਨਹੀਂ ਹੋਊਗਾ ਕਿਸੇ ਕੋਲ ਵੀ। ਅਨਇੰਪਲੋਇਮੈਂਟ ਨਾਲ ਕੀ ਹੋਊਗਾ, ਜੇ ਇਨਪਲੋਇਮੈਂਟ ਵਧੂਗੀ ਤਾਂ ਪੈਸਾ ਘੱਟ ਜੂਗਾ, ਇਨਕਮ ਕੀ ਆ ਘੱਟ ਜੂਗੀ। ਜੇ ਇਨਕਮ ਘੱਟ ਗਈ ਤਾਂ ਆਪਣੇ ਕੋਲ ਸੇਵਿੰਗ ਤਾਂ ਹੋਣੀ ਵੀ ਨਹੀਂ ਹੈਗੀ, ਵਿੱਚ ਸੇਵਿੰਗ ਵੀ ਘੱਟ ਜੂਗੀ, ਇਨਕਮ ਘੱਟ ਗਈ ਸੇਵਿੰਗ ਵੀ ਘੱਟ ਜੂ, ਤੇ ਇਨਵੈਸਟਮੈਂਟ ਤਾਂ ਹੋ ਹੀ ਨਹੀਂ ਸਕਦੀ ਫਿਰ। ਠੀਕ ਹੈ ਜੀ, ਉਹ ਵੀ ਇਫੈਕਟ ਕਰਦੀ ਆ। ਯਾਨੀ ਇਹ ਇਫੈਕਟ ਹੈ ਅਨਇੰਪਲੋਇਮੈਂਟ ਦਾ ਇਫੈਕਟ ਹੈ ਇਹ ਸਾਰਾ। ਅਨਇੰਪਲੋਇਮੈਂਟ ਦੇ ਨਾਲ ਤੀਸਰੀ ਗੱਲ ਜਿਹੜੀ ਕਿ ਇੱਕ ਮੋਸਟ ਕਾਮਨ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਾਵਰਟੀ, ਉਹ ਤਾਂ ਆਣੀ ਹੋਣੀ ਹੈ। ਜਿੱਥੇ ਵੀ ਅਨਇੰਪਲੋਇਮੈਂਟ ਹੋਊਗੀ ਬੇਟਾ, ਜਿੱਥੇ ਵੀ ਅਨਇੰਪਲੋਇਮੈਂਟ ਪ੍ਰਵੇਲ ਹੋਊਗੀ ਉੱਥੇ ਪਾਵਰਟੀ ਹੋਣੀ ਆ 101%। ਠੀਕ ਹੈ ਜੀ, ਸੋ ਯਾਦ ਰੱਖਣੀ ਹੈ ਇਹ ਗੱਲ ਤਾਂ ਆਪਾਂ ਨੇ। ਇਸ ਤੋਂ ਬਾਅਦ ਸੋਸ਼ਲ ਇਫੈਕਟ ਕੀ ਹੋ ਸਕਦੇ ਨੇ, ਕਹਿੰਦਾ ਕਿ ਲੋ ਲੈਵਲ ਆਫ ਸਟੈਂਡਰਡ ਆਫ ਲਿਵਿੰਗ, ਬਹੁਤ ਇੰਪੋਰਟੈਂਟ ਚੀਜ਼ ਹੈ। ਜੇ ਆਪਣੇ ਕੋਲ ਪੈਸਾ ਨਹੀਂ ਹੈਗਾ, ਜੇ ਆਪਣੇ ਕੋਲ ਇੰਪਲੋਇਮੈਂਟ ਨਹੀਂ ਹੈ, ਅਨਇੰਪਲੋਇਮੈਂਟ ਆ ਵੱਧ ਰਹੀ, ਤਾਂ ਉਸ ਦੇ ਨਾਲ ਪਾਵਰਟੀ ਵੱਧ ਜੂਗੀ। ਪਾਵਰਟੀ ਵਧਣ ਦੇ ਨਾਲ ਕੀ ਹੈ, ਪੈਸਾ ਘੱਟ ਜੂਗਾ, ਬੰਦੇ ਕੋਲ ਪੈਸਾ ਘੱਟ ਗਿਆ ਤਾਂ ਸਟੈਂਡਰਡ ਆਫ ਲਿਵਿੰਗ ਤਾਂ ਲੋ ਹੋ ਹੀ ਜਾਣਾ, ਸਟੈਂਡਰਡ ਆਫ ਲਿਵਿੰਗ ਲੋ ਹੋ ਜਾਊਗਾ ਬੰਦੇ ਦਾ। ਠੀਕ ਹੈ, ਉਸ ਤੋਂ ਬਾਅਦ ਸੈਕੰਡ ਪੁਆਇੰਟ ਦੇਖੋ ਕੀ ਕਹਿ ਰਿਹਾ। ਸੈਕੰਡ ਪੁਆਇੰਟ ਦੇ ਵਿੱਚ ਆਪਾਂ ਕਹਿ ਦਿੰਦੇ ਕਿ ਇਨਇਕੁਐਲਿਟੀ ਇਨ ਡਿਸਟ੍ਰੀਬਿਊਸ਼ਨ ਆਫ ਇਨਕਮ, ਅਨਇੰਪਲੋਇਮੈਂਟ ਕੋਰਸਪੋਂਡਿੰਗ ਟੂ ਇਨਇਕੁਐਲਿਟੀ ਐਸ ਸਮ ਆਰ ਵਰਕਿੰਗ ਐਂਡ ਅਰਨਿੰਗ ਐਂਡ ਸਮ ਆਰ ਨੋਟ। ਹੁਣ ਕੁਝ ਕੁ ਬੰਦੇ ਕਮਾ ਰਹੇ ਨੇ, ਕੁਝ ਕੁ ਬੰਦੇ ਵਰਕ ਨਹੀਂ ਕਰ ਰਹੇ। ਦੇਖੋ ਜਿਹੜੇ ਵਰਕ ਕਰ ਰਹੇ ਨੇ ਉਹਨਾਂ ਕੋਲ ਪੈਸਾ ਵੱਧ ਜੂਗਾ, ਜਿਹੜੇ ਵਰਕ ਨਹੀਂ ਕਰ ਰਹੇ ਉਹਨਾਂ ਚ ਕੋਲ ਘੱਟ ਜੂਗਾ। ਸੋ ਡਿਸਟ੍ਰੀਬਿਊਸ਼ਨ ਹੈ ਜਿਹੜੀ ਪੈਸੇ ਦੀ ਉਹ ਕੀ ਹੋਗੀ ਬੇਟਾ, ਅਨਇਕੁਅਲ ਹੋਗੀ। ਥਰਡ ਸੋਸ਼ਲ ਅਨਰੈਸਟ, ਅਨਇੰਪਲੋਇਮੈਂਟ ਐਡਵਰਸਲੀ ਅਫੈਕਟ ਦਾ ਪੀਸ ਇਨ ਦਾ ਸੁਸਾਇਟੀ। ਦੇਖੋ ਸ਼ਾਂਤੀ ਤਾਂ ਭੰਗ ਹੋਣੀ ਹੋ, ਅਨਇੰਪਲੋਇਮੈਂਟ ਹੋਊਗੀ ਤਾਂ ਲੋਕਾਂ 'ਚ ਗਰੀਬੀ ਆਊਗੀ। ਗਰੀਬੀ ਨੂੰ ਪੂਰਾ ਕਰਨ ਦੇ ਲਈ, ਗਰੀਬੀ ਦੇ ਵਿੱਚ ਜੋ ਲੋੜਾਂ ਨੇ ਪੂਰੀਆਂ ਕਰਨ ਲਈ, ਠੀਕ ਹੈ, ਕੋਈ ਗਲਤ ਚੀਜ਼ਾਂ ਵੀ ਕੀਤੀਆਂ ਜਾ ਸਕਦੀਆਂ ਨੇ ਜਿਵੇਂ ਥੈਫਟ ਵਗੈਰਾ ਹੋ ਗਈ। ਠੀਕ ਹੈ, ਸੋ ਇਹ ਚੀਜ਼ਾਂ ਨੇ ਜਿਹੜੀਆਂ ਇਹ ਇਫੈਕਟ ਕਰਦੀਆਂ ਨੇ। ਕਹਿੰਦਾ ਸੋਸ਼ਲ ਅਨਰੈਸਟ ਆਉਂਦਾ ਹੀ ਹੈ, ਸਮਾਜ ਹੈ ਜਿਹੜਾ ਨਾ ਉਹ ਖਰਾਬ ਹੋਣ ਲੱਗ ਜਾਂਦਾ ਇੱਕ ਤਰੀਕੇ ਦੇ ਨਾਲ ਜੇ ਅਨਇੰਪਲੋਇਮੈਂਟ ਆ, ਕਿਉਂਕਿ ਅਨਇੰਪਲੋਇਮੈਂਟ ਨਾਲ ਗਰੀਬੀ ਆਊਗੀ, ਗਰੀਬੀ ਦੇ ਨਾਲ ਹੋਰ ਕਈ ਕਾਰਨ ਹੋ ਸਕਦੇ ਨੇ। ਠੀਕ ਹੈ, ਹੋਰ ਬਹੁਤ ਗਲਤ ਚੀਜ਼ਾਂ ਦੇ ਵਿੱਚ ਪਰਸਨ ਪੈ ਸਕਦਾ। ਸੋ ਇਹ ਚੀਜ਼ਾਂ ਹੁੰਦੀਆਂ ਨੇ ਇਫੈਕਟ, ਠੀਕ ਹੈ, ਸੋਸ਼ਲ ਸੁਸਾਇਟੀ 'ਤੇ ਇਫੈਕਟ। ਇਸ ਤੋਂ ਬਾਅਦ ਸੁਜੈਸ਼ਨਸ ਟੂ ਸੋਲਵ ਦਾ ਪ੍ਰੋਬਲਮ ਆਫ ਅਨਇੰਪਲੋਇਮੈਂਟ ਨੂੰ ਕਿਵੇਂ ਸੋਲਵ ਕੀਤਾ ਜਾ ਸਕਦਾ, ਕੀ ਸੁਜੈਸ਼ਨਸ ਨੇ ਇਸਦੀਆਂ। ਸੋ ਨੰਬਰ 1 ਕਹਿ ਸਕਦੇ ਹਾਂ ਕਿ ਇਨਕਰੀਜ਼ ਇਨ ਗਰੋਥ ਰੇਟ ਆਫ GDP। ਆਪਾਂ ਨੰਬਰ 1 'ਤੇ ਕਹਿ ਸਕਦੇ ਹਾਂ ਕਿ ਇਨਕਰੀਜ਼ ਇਨ ਗਰੋਥ ਰੇਟ ਆਫ GDP, ਯਾਨੀ ਕਿ ਆਪਾਂ ਜਿਹੜੀ GDP ਆ ਇਸ ਗਰੋਥ ਰੇਟ ਨੂੰ ਵਧਾਇਆ ਜਾਵੇ। ਜੇ GDP ਨੂੰ ਆਪਾਂ ਵਧਾ ਦਾਂਗੇ ਨਾ ਤਾਂ ਉਸ ਦੇ ਨਾਲ ਕੀ ਹੋਊਗਾ, ਪੈਸਾ ਜਨਰੇਟ ਹੋਣ ਲੱਗ ਜੂਗਾ। GDP ਨੂੰ ਜੇਕਰ ਵਧਾਇਆ ਜਾਊਗਾ ਤਾਂ ਪੈਸਾ ਜਨਰੇਟ ਹੋਣ ਲੱਗ ਜੂਗਾ। ਪੈਸਾ ਜਨਰੇਟ ਹੋਣ ਦੇ ਨਾਲ ਕੀ ਆਪਣੇ ਕੋਲ ਪ੍ਰੋਡਕਸ਼ਨ ਵਗੈਰਾ ਵਧਣਗੀਆਂ ਨੇ, ਪੈਸਾ ਜਨਰੇਟ ਹੋਣ, ਇਨਵੈਸਟਮੈਂਟ ਵੀ ਵਧੂਗੀ, ਜਿਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਇੰਡਸਟਰੀਜ਼ ਵਗੈਰਾ ਐਸਟੈਬਲਿਸ਼ ਹੋ ਸਕਦੀਆਂ ਨੇ ਜਾਂ ਕੋਈ ਵੀ ਫੀਲਡ ਆ ਜਿਹੜੀ ਉਹ ਐਕਸਪੈਂਡ ਹੋ ਸਕਦੀ ਹੈ। ਇਸ ਦੇ ਨਾਲ ਕੀ ਹੋਊਗਾ, ਤੁਹਾਡੇ ਕੋਲ ਵੱਧ ਤੋਂ ਵੱਧ ਜੋ ਅਨਇੰਪਲੋਇਮੈਂਟ ਖਤਮ ਹੋ ਜੂਗੀ ਅਤੇ ਇੰਪਲੋਇਮੈਂਟ ਯਾਨੀ ਕਿ ਵੱਧ ਤੋਂ ਵੱਧ ਇੰਪਲਾਇਡ ਹੋ ਜਾਣਗੇ ਲੋਕ। ਠੀਕ ਹੈ ਜੀ, ਇੱਥੇ ਜਾ ਕੇ ਨੰਬਰ 2 ਦੇ ਉੱਤੇ। ਸੋ ਇਸ ਨੂੰ ਪੜ੍ਹ ਲੈਣਾ ਤੁਸੀਂ ਪ੍ਰੋਪਰਲੀ ਪੂਰਾ। ਠੀਕ ਹੈ ਜੀ, ਸੋ ਆਪਾਂ ਬੇਸਿਕ ਇਹ ਚੀਜ਼ਾਂ ਸਾਰੀਆਂ ਕਲੀਅਰ ਕਰ ਲੈਣੀਆਂ ਨੇ। ਕੀ ਹੈ ਇਸ ਦੇ ਵਿੱਚ ਪੋਪੂਲੇਸ਼ਨ ਕੰਟਰੋਲ ਸੈਕੰਡ ਪੋਪੂਲੇਸ਼ਨ ਕੰਟਰੋਲ ਦੇ ਵਿੱਚ ਦੇਖੋ ਬੇਟਾ, ਜੇ ਪੋਪੂਲੇਸ਼ਨ ਕੰਟਰੋਲ ਹੋ ਗਈ, ਪੋਪੂਲੇਸ਼ਨ ਮੰਨ ਲਓ ਘੱਟ ਗਈ, ਤਾਂ ਉਹੀ ਚੀਜ਼ ਹੈ ਕਿ ਰਿਸੋਰਸਿਸ ਨੇ ਨਾ ਜਿਹੜੇ ਆਪਣੇ ਕੋਲ ਉਹ ਤਾਂ ਕੌਂਸਟੈਂਟ ਹੀ ਨੇ। ਜੇ ਪੋਪੂਲੇਸ਼ਨ ਵਧੂਗੀ ਤਾਂ ਜਿਹੜੇ ਰਿਸੋਰਸਿਸ ਨੇ ਉਹ ਕੀ ਹੋ ਜਾਣੇ ਨੇ ਆਪਣੇ ਕੋਲ, ਉਹ ਜ਼ਿਆਦਾ ਲੋਕਾਂ ਦੇ ਵਿੱਚ ਵੰਡਣੇ ਪੈਣੇ ਨੇ। ਸੋ ਘੱਟ ਜਾਣੇ ਨੇ ਇੱਕ ਤਰੀਕੇ ਦੇ ਨਾਲ, ਘੱਟ ਮਾਤਰਾ ਜਾਊਗੀ। ਜੇ ਆਪਣੇ ਕੋਲ ਘੱਟ ਪੋਪੂਲੇਸ਼ਨ ਹੋਊਗੀ ਤਾਂ ਜਿੰਨੇ ਰਿਸੋਰਸਿਸ ਨੇ ਉਹਨੂੰ ਘੱਟ ਲੋਕਾਂ 'ਚ ਵੰਡਣਾ ਪਊਗਾ, ਯਾਨੀ ਕਿ ਜ਼ਿਆਦਾ ਰਿਸੋਰਸਿਸ ਚਲੇ ਜਾਣਗੇ ਇਕੱਲੇ ਬੰਦੇ ਕੋਲ। ਜੇ ਜ਼ਿਆਦਾ ਰਿਸੋਰਸਿਸ ਗਏ ਤਾਂ ਅੱਛੀ ਚੀਜ਼ ਹੋ ਜੂਗੀ, ਇੰਪਲੋਇਮੈਂਟ ਜ਼ਿਆਦਾ ਤੋਂ ਜ਼ਿਆਦਾ ਵੱਧ ਜੂਗੀ। ਠੀਕ ਹੈ ਜੀ, ਇਸ ਵਾਰ ਅਗਲਾ ਪੁਆਇੰਟ ਆਪਾਂ ਕਰਦੇ ਹਾਂ ਥਰਡ, ਡਿਵੈਲਪਮੈਂਟ ਆਫ ਐਗਰੀਕਲਚਰ ਸੈਕਟਰ ਜਿਹੜਾ ਉਹਦੀ ਡਿਵੈਲਪਮੈਂਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜੇ ਐਗਰੀਕਲਚਰ ਸੈਕਟਰ ਅੱਛੇ ਤਰੀਕੇ ਨਾਲ ਡਿਵੈਲਪ ਹੋ ਜਾਊਗਾ, ਠੀਕ ਹੈ, ਤਾਂ ਜ਼ਿਆਦਾ ਤੋਂ ਜ਼ਿਆਦਾ ਯਾਨੀ ਕਿ ਉਹਦੇ ਵਿੱਚ ਨਵੇਂ ਤਰੀਕੇ ਦੇ ਨਾਲ ਆਪਾਂ ਖੇਤੀ ਕਰਨ ਲੱਗ ਜਾਂਗੇ ਤਾਂ ਜ਼ਿਆਦਾ ਤੋਂ ਜ਼ਿਆਦਾ ਲੋਕ ਨੇ ਜਿਹੜੇ ਉਹ ਆਪਣੇ ਕੋਲ ਇਨਵੋਲਵ ਹੋ ਜਾਣਗੇ ਅਤੇ ਜ਼ਿਆਦਾ ਤੋਂ ਜ਼ਿਆਦਾ ਇਨਵੈਸਟਮੈਂਟ ਹੋਊਗੀ ਇਸ ਸੈਕਟਰ ਦੇ ਵਿੱਚ। ਸੋ ਇਸ ਦੇ ਨਾਲ ਕੀ ਹੋਊਗਾ, ਡਿਵੈਲਪਮੈਂਟ ਹੋਣ ਦੇ ਨਾਲ ਲੇਬਰਰਸ ਦੀ ਜਿਹੜੀ ਮੰਗ ਹੈ ਉਹ ਜ਼ਿਆਦਾ ਵਧਣ ਲੱਗ ਜੂਗੀ। ਆਪਾਂ ਬਹੁਤ ਜ਼ਿਆਦਾ ਢੰਗ ਦੇ ਨਾਲ ਅਨਇੰਪਲੋਇਮੈਂਟ ਨੂੰ ਖਤਮ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਵੀ। ਇਸ ਤੋਂ ਬਾਅਦ ਆਪਣੇ ਕੋਲ ਨੰਬਰ 4th ਪੁਆਇੰਟ ਆ ਜਾਂਦਾ, ਐਜੂਕੇਸ਼ਨਲ ਸੈਕਟਰ ਰਿਫਾਰਮ ਹੁੰਦਾ ਸੁਧਾਰ ਕਰਨਾ, ਹੈ ਨਾ। ਐਜੂਕੇਸ਼ਨ ਸੈਕਟਰ 'ਚ ਸੁਧਾਰ ਕੀਤੇ ਜਾਣ, ਕਹਿੰਦਾ ਕਿ ਇੱਕ ਐਜੂਕੇਸ਼ਨ ਸੈਕਟਰ 'ਚ ਕਿਵੇਂ ਸੁਧਾਰ ਕੀਤੇ ਜਾਣ। ਬੇਟਾ ਧਿਆਨ ਦੇਣਾ, ਸਿਰਫ ਇਹ ਚੀਜ਼ ਲਿਖਣੀ ਹੈ ਆਪਾਂ ਨੇ। ਐਜੂਕੇਸ਼ਨ ਸੈਕਟਰ ਦੇ ਵਿੱਚ ਟੈਕਨੀਕਲ ਐਜੂਕੇਸ਼ਨ ਨੂੰ ਲੈ ਕੇ ਆਓ, ਬਸ ਟੈਕਨੀਕਲ ਐਜੂਕੇਸ਼ਨ ਲੈ ਕੇ ਆਓ, ਜਿਹਦੇ ਨਾਲ ਬੰਦੇ ਕੀ ਸਿੱਖਣ, ਸਕਿੱਲ ਸਿੱਖਣ। ਜੇ ਸਕਿੱਲ ਸਿੱਖਣਗੇ ਕਿਸੇ ਵੀ ਇੰਡਸਟਰੀ ਦੇ ਵਿੱਚ ਜਾ ਕੇ ਉਹ ਕੰਮ ਕਰ ਸਕਦੇ ਨੇ ਜਾਂ ਕੋਈ ਵੀ ਆਪਣਾ ਕੰਮ ਕਰ ਸਕਦੇ ਨੇ, ਕੁਛ ਵੀ ਕਰ ਸਕਦੇ ਜੇ ਉਹਨਾਂ ਕੋਲ ਸਕਿੱਲ ਹੈਗਾ। ਸੋ ਆਪਾਂ ਐਜੂਕੇਸ਼ਨ ਦੇ ਵਿੱਚ ਸੈਕਟਰ 'ਚ ਇਹੀ ਰਿਫਾਰਮ ਕਰਨਾ ਕਿ ਵੋਕੇਸ਼ਨਲ ਐਂਡ ਟੈਕਨੀਕਲ ਐਜੂਕੇਸ਼ਨ ਦੇ
ਉੱਤੇ ਐਮਫਸਿਸ ਰੱਖੋ ਆਪਣਾ ਮੇਨ ਟੂ ਮੇਨ, ਠੀਕ ਹੈ ਜੀ। ਆਹ ਚੀਜ਼ ਲਿਖੀ ਵੀ ਹੋਈ ਆ। ਸੋ ਸਾਰਾ ਕੁਝ ਜੋ ਮੈਂ ਦੱਸ ਰਿਹਾ ਇਹਨਾਂ ਦੇ ਪੁਆਇੰਟ ਆਫ ਵਿਊ ਦੇ ਨਾਲ ਹੀ ਅੱਛੇ ਤਰੀਕੇ ਨਾਲ, ਠੀਕ ਹੈ, ਐਕਸਪਲੇਨ ਕਰਿਆ ਜਾ ਰਿਹਾ। ਇਹਨਾਂ ਨੂੰ ਤੁਸੀਂ ਅੱਛੇ ਤਰੀਕੇ ਨਾਲ ਕਰ ਲੈਣਾ ਪੁੱਤਰ, ਪੜ੍ਹ ਵੀ ਲੈਣਾ ਬਾਅਦ ਦੇ ਵਿੱਚ, ਅਤੇ ਜੋ ਸ਼ਾਰਟ ਆ ਉਹ ਤੁਸੀਂ ਲਿਖ ਸਕਦੇ ਹੋ ਇਸ ਦੇ ਵਿੱਚ। ਸੋ ਨੰਬਰ 5, ਫਾਈਨੈਂਸ਼ੀਅਲ ਹੈਲਪ ਟੂ ਸੈਲਫ ਇੰਪਲਾਇਡ ਵਰਕਰਸ। ਹੁਣ ਜਿਹੜੇ ਸੈਲਫ ਇੰਪਲਾਇਡ ਆਪਣਾ ਕੰਮ ਕਰਨਾ ਚਾਹੁੰਦੇ ਨੇ, ਦੇਖੋ ਰੁਜ਼ਗਾਰ ਤਾਂ ਇਕੱਲੇ ਨੂੰ ਰੁਜ਼ਗਾਰ ਦੇਣਾ ਬਹੁਤ ਮੁਸ਼ਕਿਲ ਹੋ ਜਾਂਦਾ ਕਈ ਵਾਰ, ਕਿਉਂਕਿ ਆਪਣੇ ਕੋਲ ਇੰਡਸਟਰੀਜ਼ ਇੰਨੀਆਂ ਜ਼ਿਆਦਾ ਨਹੀਂ, ਜਾਂ ਠੀਕ ਹੈ ਜੀ ਲੈਂਡ ਇੰਨੀ ਜ਼ਿਆਦਾ ਨਹੀਂ, ਜਾਂ ਕੁਛ ਵੀ, ਹਰ ਇੱਕ ਚੀਜ਼ ਦੇ ਵਿੱਚ ਰੁਜ਼ਗਾਰ ਦੇਣਾ ਆਪਾਂ ਐਂ ਨਹੀਂ ਕਹਿ ਸਕਦੇ ਵੀ ਆਪਣੇ ਕੋਲ 100 ਕਰੋੜ ਲੋਕ ਨੇ ਤਾਂ 100 ਕਰੋੜ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਈਜ਼ੀਲੀ, ਠੀਕ ਹੈ, ਉਹ ਟਫ ਹੋ ਸਕਦਾ। ਸੋ ਦੇਅਰਫੋਰ ਆਪਣਾ ਕੰਮ ਸ਼ੁਰੂ ਕਰ ਲਓ। ਆਪਣਾ ਕੰਮ ਸ਼ੁਰੂ ਕਰਾਂਗੇ ਤਾਂ ਪੈਸਾ ਚਾਹੀਦਾ। ਸੋ ਕੀ ਕਰਨਾ ਚਾਹੀਦਾ, ਫਾਈਨੈਂਸ਼ੀਅਲ ਹੈਲਪ ਦੇਣੀ ਚਾਹੀਦੀ ਹੈ ਟੂ ਸੈਲਫ ਇੰਪਲਾਇਡ, ਜਿਹੜੇ ਕਿ ਆਪਣਾ ਕੰਮ ਕਰਨਾ ਚਾਹੁੰਦੇ ਨੇ, ਇੱਛੁਕ ਨੇ, ਪਰ ਉਹਨਾਂ ਕੋਲ ਪੈਸਾ ਨਹੀਂ, ਉਹਨਾਂ ਨੂੰ ਸੈਲਫ ਇੰਪਲਾਇਡ ਕਰਨ ਦੇ ਲਈ ਪੈਸਾ ਦੇਵੋ, ਠੀਕ ਹੈ, ਗਵਰਨਮੈਂਟ ਦੇ ਵੱਲੋਂ ਚਾਹੀਦਾ ਇਹ। ਸੋ ਪੈਸਾ ਦਿੱਤਾ ਜਾਊਗਾ ਜੇਕਰ ਇਹਨਾਂ ਨੂੰ, ਤਾਂ ਕੀ ਹੋ ਜਾਊਗਾ, ਇਹ ਆਪਣਾ ਕੰਮ ਸਟਾਰਟ ਕਰ ਸਕਦੇ ਨੇ, ਬੇਰੁਜ਼ਗਾਰੀ ਦੀ ਸਮੱਸਿਆ ਖਤਮ ਹੋ ਸਕਦੀ ਹੈ, ਠੀਕ ਹੈ ਜੀ, ਅਨਐਮਪਲੋਇਮੈਂਟ ਦੀ ਸਮੱਸਿਆ ਖਤਮ ਹੋ ਸਕਦੀ ਹੈ। ਨੰਬਰ 6, ਇੰਫਰਾਸਟਰਕਚਰ ਡਿਵੈਲਪਮੈਂਟ। ਇੰਫਰਾਸਟਰਕਚਰ ਡਿਵੈਲਪਮੈਂਟ ਹੋਣਾ ਚਾਹੀਦਾ ਹੈ। ਦੇਖੋ ਜੇ ਆਪਾਂ ਇੰਫਰਾਸਟਰਕਚਰ ਨੂੰ ਡਿਵੈਲਪ ਕਰ ਦਾਂਗੇ ਨਾ, ਜਿਵੇਂ ਹੈਲਥ ਫੈਸਿਲਿਟੀ ਨੂੰ ਡਿਵੈਲਪ ਕਰਦੇ, ਐਜੂਕੇਸ਼ਨ, ਹੋਸਪੀਟਲਸ, ਡੈਮਸ, ਰੋਡ, ਹੁਣ ਦੇਖੋ ਹੈਲਥ ਨੂੰ ਕਰਤਾ ਆਪਾਂ ਨੇ ਮੰਨ ਲਓ, ਤਾਂ ਉੱਥੇ ਡਾਕਟਰਸ ਵਗੈਰਾ ਦੀ ਲੋੜ ਪੈਣੀ ਹੈ, ਨਰਸਿਸ ਵਗੈਰਾ ਦੀ ਲੋੜ ਪੈਣੀ ਹੈ। ਸੋ ਇੰਪਲੋਇਮੈਂਟ ਜਨਰੇਟ ਹੋ ਗਈ। ਐਜੂਕੇਸ਼ਨ ਨੂੰ ਕਰ ਦਿਓ, ਉੱਥੇ ਟੀਚਰਸ ਵਗੈਰਾ ਦੀ ਲੋੜ ਪੈਣੀ ਹੈ, ਪ੍ਰੋਫੈਸਰਸ ਵਗੈਰਾ ਦੀ ਲੋੜ ਪੈਣੀ ਹੈ। ਐਜੂਕੇਸ਼ਨ ਇਹਦੇ ਨਾਲ ਕੀ ਹੋ ਜਾਏਗਾ, ਬੱਚੇ ਜਨਰੇਟ ਹੋ ਗਈ ਨਾ ਇੰਪਲੋਇਮੈਂਟ, ਧਿਆਨ ਦਿਓ। ਹੋਸਪੀਟਲਸ ਕਰਤੇ, ਉਸ ਤੋਂ ਬਾਅਦ ਡੈਮਸ, ਰੋਡਸ, ਇੱਥੇ ਲੇਬਰਸ ਦੀ ਲੋੜ ਪੈਣੀ ਹੈ। ਸੋ ਉਹਨਾਂ ਨੂੰ ਕੰਮ ਦੇ ਉੱਤੇ ਲਗਾਤਾ, ਸੋ ਜਨਰੇਟ ਕਰਤੀਆਂ, ਇੰਪਲੋਇਮੈਂਟ ਖਤਮ ਕਰਤੀ, ਅਨਇੰਪਲੋਇਮੈਂਟ ਖਤਮ ਕਰਤੀ, ਇੰਪਲੋਇਮੈਂਟ ਜਨਰੇਟ ਕਰਤੀ। ਸੋ ਇਸ ਤੋਂ ਬਾਅਦ 7ਵਾਂ ਪੁਆਇੰਟ ਦੇਖੋ ਬੇਟਾ, ਸੋ ਉਹਨੂੰ ਕੀ ਪੁਆਇੰਟਸ ਦੱਸ ਰਹੇ ਆ, ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਤੁਹਾਡੀਆਂ, ਠੀਕ ਹੈ ਜੀ, ਇਹ ਚੀਜ਼ਾਂ ਨੂੰ ਲਿਖ ਲਓ, ਸਫੀਸ਼ੀਐਂਟ ਨੇ। 7th ਐਂਡ ਲਾਸਟ ਪੁਆਇੰਟ, ਠੀਕ ਹੈ, ਸੁਜੈਸ਼ਨਸ ਦਾ 7th, ਇੰਪਲੀਮੈਂਟੇਸ਼ਨ ਆਫ ਇੰਪਲੋਇਮੈਂਟ ਪ੍ਰੋਗਰਾਮਸ ਜਿਹੜੇ ਆਪਣਾ ਇੰਪਲੀਮੈਂਟੇਸ਼ਨ ਕਰੋ ਇੰਪਲੋਇਮੈਂਟ ਪ੍ਰੋਗਰਾਮਸ। ਕਹਿੰਦਾ ਵੀ ਗਵਰਨਮੈਂਟ ਆ ਜਿਹੜੀ, ਜਾਂ ਕਿਤੇ ਵੀ ਇੰਪਲੋਇਮੈਂਟ ਪ੍ਰੋਗਰਾਮਸ ਤਾਂ ਆਪਣੇ ਕਾਫੀ ਲਗਾਏ ਜਾਂਦੇ, ਜਦ ਕਹਿ ਦਿੱਤਾ ਜਾਂਦਾ ਕਿ ਆਹ ਚੀਜ਼ਾਂ ਕਰੋ, ਪਰ ਉਹਨਾਂ ਨੂੰ ਇੰਪਲੀਮੈਂਟ ਵੀ ਕਰਨਾ ਚਾਹੀਦਾ। ਜੇਕਰ ਇੰਪਲੀਮੈਂਟ ਕਰਾਂਗੇ ਤਾਂ ਆਪਾਂ ਨੂੰ ਜ਼ਿਆਦਾ ਫਾਇਦਾ ਹੋਊਗਾ। ਗਵਰਨਮੈਂਟ ਸ਼ੁੱਡ ਇਨੀਸ਼ੀਏਟ ਐਂਡ ਇੰਪਲੀਮੈਂਟ, ਸਪੈਸ਼ਲ ਗਵਰਨਮੈਂਟ ਨੂੰ ਚਾਹੀਦਾ ਕਿ ਜ਼ਿਆਦਾ ਤੋਂ ਜ਼ਿਆਦਾ ਇੰਪਲੋਇਮੈਂਟ ਪ੍ਰੋਗਰਾਮ ਬਣਾਏ ਜਾਣ, ਅਤੇ ਜ਼ਿਆਦਾ ਤੋਂ ਜ਼ਿਆਦਾ ਪ੍ਰੋਗਰਾਮ ਬਣਾ ਕੇ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ, ਯਾਨੀ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਕਿਹੜੇ ਸੈਕਟਰ ਦੇ ਵਿੱਚ ਇੰਪਲੋਇਮੈਂਟ ਮਿਲ ਸਕਦੀ ਆ, ਕਿਹੜੇ ਸੈਕਟਰ ਦੇ ਕਿਹੜਾ ਕੋਰਸ ਕਰਨਾ ਚਾਹੀਦਾ, ਕਿਹੜਾ ਸਕਿੱਲ ਪਕੜਨਾ ਚਾਹੀਦਾ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇੰਪਲੋਇਮੈਂਟ ਜਨਰੇਟ ਹੋ ਸਕਦੇ ਆ, ਜਿਹੜੀ ਚੀਜ਼ਾਂ। ਸੋ ਇਹ ਚੀਜ਼ਾਂ ਸੀਗੀਆਂ ਬੇਟਾ, ਸਫੀਸ਼ੀਐਂਟ ਆ, ਠੀਕ ਹੈ ਜੀ। ਇਸ ਲੈਕਚਰ ਦੇ ਵਿੱਚ ਆਪਾਂ ਇੰਨਾ ਹੀ ਕੁਛ ਕਰਨਾ ਸੀ ਕਿ ਕੋਜ਼ਿਸ ਪਤਾ ਕਰਨੇ ਸੀਗੇ ਕਿ ਕੀ ਕੋਜ਼ਿਸ ਹੁੰਦੇ ਨੇ। ਉਸ ਤੋਂ ਬਾਅਦ ਆਪਾਂ ਨੇ ਇਫੈਕਟ ਦੇਖੇ, ਉਸ ਤੋਂ ਬਾਅਦ ਆਪਾਂ ਨੇ ਕੀ ਆ ਸੁਜੈਸ਼ਨਸ ਦਿੱਤੀਆਂ ਕਿ ਇਹਨੂੰ ਕਿਵੇਂ ਰਿਮੂਵ ਕੀਤਾ ਜਾ ਸਕਦਾ ਜਿਹੜੀ ਅਨਇੰਪਲੋਇਮੈਂਟ ਆ। ਸੋ ਠੀਕ ਹੈ ਜੀ, ਸੋ ਇਹੀ ਚੀਜ਼ਾਂ ਕਰਨੀਆਂ ਸੀ ਆਪਾਂ ਇਸ ਲੈਕਚਰ ਦੇ ਵਿੱਚ ਤੁਹਾਡੇ ਕੋਲ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ ਐਂਡ ਓਕੇ ਬਾਏ।